ਅੱਜ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰਨਾ ਹੈ ਕਿ ਕਿਹੜੇ ਮਨੁੱਖ ਗੁਰੂ ਦੇ ਪਾਸ ਆ ਕੇ ਬੈਠਣ ਨੂੰ ਤਿਆਰ ਨਹੀਂ ਹਨ। ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਆ ਤਾਂ ਜਾਂਦੇ ਹਾਂ, ਪਰ ਗੁਰਦੁਆਰਾ ਸਾਹਿਬ ਆ ਕੇ ਸਾਨੂੰ ਨੀਂਦ ਆ ਜਾਂਦੀ ਹੈ, ਸਾਡਾ ਚਿੱਤ ਗੁਰਬਾਣੀ ਦੇ ਵਿੱਚ ਜੁੜਦਾ ਨਹੀਂ। ਆਪਾਂ ਗੁਰਬਾਣੀ ਦੇ ਵਿੱਚ ਸਮਝਣ ਦਾ ਯਤਨ ਕਰਨਾ ਹੈ ਕਿ ਗੁਰਬਾਣੀ ਦੇ ਵਿੱਚ ਮਨ ਕਿਉਂ ਨਹੀਂ ਜੁੜਦਾ। ਕਈ ਇਹੋ ਜਿਹੇ ਮਨੁੱਖ ਹਨ ਜੋ ਗੁਰੂ ਦੇ ਪਾਸ ਆਉਣ ਨੂੰ ਤਿਆਰ ਹੀ ਨਹੀਂ। ਇਹੋ ਜਿਹੇ ਬੰਦਿਆਂ ਬਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਕੀ ਖਿਆਲ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ। ਪਾਤਸ਼ਾਹ ਜੀ ਨੇ ਸਾਡੇ ਸਨਮੁਖ ਇਹ ਗੱਲ ਰੱਖੀ, ਇਹ ਬਾਤ ਰੱਖੀ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ ਨੇ, ਭਾਵ ਜਿਹੜੇ ਨਿਰਦਈ ਹੁੰਦੇ ਨੇ, ਜਿਹੜੇ ਪੱਥਰ ਦਿਲ ਇਨਸਾਨ ਹੁੰਦੇ ਨੇ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ। ਕਿਉਂ? ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਪੁੱਛੀਏ ਤਾਂ ਪਾਤਸ਼ਾਹ ਜੀ ਕਹਿੰਦੇ ਨੇ, ਉਥੈ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਸਤਿਗੁਰੂ ਦੀ ਸੰਗਤ ਵਿੱਚ ਤਾਂ ਸੱਚ ਦੀਆਂ ਗੱਲਾਂ ਹੁੰਦੀਆਂ ਨੇ। ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ, ਉਹ ਗੁਰੂ ਦੇ ਪਾਸ ਆ ਕੇ ਉਦਾਸ ਹੋ ਜਾਂਦੇ ਨੇ। ਕਿਉਂ? ਕਿਉਂਕਿ ਇੱਥੇ ਸੱਚ ਦੀ ਗੱਲ ਹੋਣੀ ਹੈ। ਜਦੋਂ ਗੁਰੂ ਦੇ ਪਾਸ ਅਸੀਂ ਆਉਣਾ ਹੈ, ਗੁਰੂ ਦੇ ਪਾਸ ਆ ਕੇ ਅਸੀਂ ਨਮਸਕਾਰ ਕਰਨੀ ਹੈ, ਤਾਂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦੇਣਾ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਕਿ ਭਲਿਆ ਝੂਠ ਨਾ ਬੋਲਿਆ ਕਰ, ਸੱਚ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਨੂੰ ਉਪਦੇਸ਼ ਦੇਣਾ ਹੈ ਕਿ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ ਆਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਦੇ ਪਾਸ ਆ ਕੇ ਨਮਸਕਾਰ ਕਰਨੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦੇਣਾ ਹੈ, ਦੁਬਦਾ ਨਾ ਪੜੋ ਹਰ ਬਿਨੋ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਜਦੋਂ ਅਸੀਂ ਆ ਕੇ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਨੂੰ ਉਪਦੇਸ਼ ਦੇਣਾ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹੜੇ ਮਨੁੱਖ ਮੂਰਤੀਆਂ ਦੀ ਪੂਜਾ ਕਰਦੇ ਨੇ, ਜਿਨ੍ਹਾਂ ਦਾ ਸਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੱਗੇ ਵੀ ਝੁਕ ਰਿਹਾ ਹੈ ਤੇ ਦੂਜੀਆਂ ਥਾਵਾਂ ਤੇ ਜਾ ਕੇ ਵੀ ਝੁਕਾ ਰਹੇ ਨੇ, ਜਿਹੜੇ ਮਨੁੱਖ ਦੂਜੇ ਮਨੁੱਖਾਂ ਦਾ ਆਸਰਾ ਲੈ ਕੇ ਬੈਠੇ ਨੇ ਕਿ ਸਾਡੇ ਜੀਵਨ ਦੇ ਅੰਦਰ ਇਹ ਸੁੱਖ ਲੈ ਆਉਣਗੇ, ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਸਾਨੂੰ ਸਾਰਿਆਂ ਨੂੰ ਯਾਦ ਹੋਣਗੇ। ਮਾਨੁ ਕੀ ਟੇਕ ਮ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਨੂੰ ਦੱਸਣਾ ਹੈ ਕਿ ਹੱਕ ਦਾ ਖਾਇਆ ਕਰ, ਠੱਗੀਆਂ ਕਰਨੀਆਂ, ਰਿਸ਼ਵਤਾਂ ਲੈਣੀਆਂ ਛੱਡ ਦੇ। ਹੁਣ ਜਦੋਂ ਇਹੋ ਜਿਹਾ ਮਨੁੱਖ ਗੁਰੂ ਦੇ ਪਾਸ ਆਉਂਦਾ ਹੈ, ਤਾਂ ਜਿਹੜੇ ਕੂੜ ਦੇ ਵਪਾਰੀ ਨੇ, ਜਿਹੜੇ ਸੱਚ ਦੇ ਵਪਾਰੀ ਬਣੇ ਨਹੀਂ, ਉਹਨਾਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ, ਗੁਰੂ ਦੇ ਪਾਸ ਬੈਠਣ ਨੂੰ ਤਿਆਰ ਨਹੀਂ ਹੁੰਦੇ। ਉਹਨਾਂ ਨੂੰ ਫਿਰ ਨੀਂਦ ਵੀ ਆਵੇਗੀ, ਉਹਨਾਂ ਨੂੰ ਵਾਸੀਆਂ ਵੀ ਆਉਣਗੀਆਂ, ਉਹ ਗੁਰੂ ਦੇ ਪਾਸ ਹੀ ਬੈਠਣ ਨੂੰ ਤਿਆਰ ਨਹੀਂ। ਆਉਣਗੇ ਤਾਂ ਸਹੀ, ਬੱਧੇ ਰੁੱਧੇ ਆਉਣਗੇ। ਕਿਉਂ? ਕਿਉਂਕਿ ਲੋਕ ਨਾ ਕਿਤੇ ਕਹਿ ਨੇ ਗੁਰਦੁਆਰਾ ਸਾਹਿਬ ਹੀ ਨਹੀਂ ਜਾਂਦਾ, ਇਹ ਗੁਰੂ ਨੂੰ ਜਾ ਕੇ ਨਮਸਕਾਰ ਨਹੀਂ ਕਰਦਾ। ਆ ਤਾਂ ਜਾਂਦੇ ਨੇ ਪਰ ਗੁਰੂ ਦੇ ਪਾਸ ਬੈਠਣ ਨੂੰ ਤਿਆਰ ਨਹੀਂ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦੇ ਨਹੀਂ, ਕਿਉਂਕਿ ਚਿੱਤ ਕਠੋਰ ਹੈ। ਜੇਕਰ ਇਸ ਚਿੱਤ ਕਠੋਰ ਨੂੰ ਜੇਕਰ ਅਸੀਂ ਨਰਮ ਕਰਨਾ ਹੈ ਨਾ, ਤਾਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ
ये पावन शब्द पढ़ते हाँ गुरबाणी सुनत, मेरा मन द्रविया मन भीना निज घर आवेगो। गुरु रामदास पातशाह जी के पावन बचन ने कानड़ा राग दे अंदर। द्रविया का मतलब हुंदा नरम हो गया, जेड़ा साडा चित्त कठोर हो चुकिया है नरम हो सकता, पर कदों? गुरु रामदास पातशाह जी दे कोल पुछदे हाँ तो पातशाह जी कहंदे ने गुरबाणी सुनत मेरा मन द्रविया, मेरा मन नाम रस नाल भिज जाता है, नरम हो जाता है। कदों? जदों मैं धन श्री गुरु ग्रंथ साहिब महाराज जी की पावन बाणी नूं सुनदा हाँ। ये मन बाहर भटकण दे थां अपने असल स्वरूप विच टिकिया रहिंदा है। उदों टिकेगा जदों असीं ध्यान दे नाल एक मन एक चित हो के धन श्री गुरु ग्रंथ साहिब महाराज जी की पावन बाणी नूं सुनांगे। एक कठोर मन द्रविया जा सकता है, नरम हो सकता है। ये गुरु के पास बैठन नूं तैयार भी हो जाएगा, फिर नींद भी नहीं आवेगी, फिर वासियां भी नहीं आउणगियां, फिर चित गुरबाणी दे नाल जुड़ जाएगा। पर उहदे लई करना की पैना है? गुरबाणी नूं ध्यान दे नाल सुनना पएगा। धन श्री गुरु ग्रंथ साहिब महाराज जी दे उपदेश नूं मनना पएगा। आला दुआला छड्ड के सानू अपने जीवन का आधार धन श्री गुरु ग्रंथ साहिब महाराज जी की पावन बाणी नूं बनाउणा पवेगा, फिर सानू सुख प्राप्त हो जाएगा। गुरु रामदास पातशाह जी के पावन बचन ने जप मन राम नाम सुख पावेगो। हे मेरे मन, परमात्मा का नाम सदा जपया कर। जेड़ा मनुख जपदा है उसनूं सुख प्राप्त होंदा है। सिमरो सिमर सिमर सुख पावो, कल कलेश तन माही मिटावो। गुरु रामदास पातशाह जी ने बख्शिश की, ज्यों ज्यों जपै तिवें सुख पावै, सतगुर सेव समावै गो। ज्यों ज्यों मनुख नाम जपदा है त्यों त्यों आनंद माणदा है, खेड़ा जीवन दे अंदर आंदा है अते गुरु की शरण पै के परमात्मा दे विच लीन हो जाता है। जेकर लीन होना है ਉਹਦੇ ਲਈ अकाल पुरख का नाम जपना पवेगा। जेकर जपिया ना, जेकर असीं आराधन ना कीता अपने जीवन के अंदर, तो सुख साडे जीवन के अंदर आ नहीं सकता, सुख साडे घरां दे विच नहीं आवेगा। सानू सारिਆਂ ਨੂੰ गुरु तेग बहादुर पातशाह जी के ये पावन बचन याद होणगे। जदों घरां दे विच श्री अखंड पाठ साहिब आरंभ करवाया जाता है, बहुतात गिणती दे विच बहुत घट लोग ने जिहड़े सारी गुरबाणी नूं सुणदे ने, पर भोग वेले दे सलोकां दा सारिਆਂ नूं पता है। ते ये पावन सलोक सानू याद ही होवेगा। गुरु तेग बहादुर पातशाह जी ने आख्या, गुण गोबिंद गायो नहीं जन्म अकारथ कीन। जेकर गोबिंद दे गुण नहीं ना, तो जन्म अकारथ ही है, व्यर्थ है। गुरु अर्जन साहिब पातशाह जी कहते हैं, चेत गोबिंद आराधी है। जेकर गोबिंद का आराधन करांगे तो की होवेगा? होवे आनंद घना, जीवन दे विच घना ही आनंद हो जाएगा। पर जेकर आराधन नहीं, जेकर गोबिंद दे गुण असीं गाउंदे नहीं घरां दे विच, तो साडे घरां दे विच सुख नहीं आ सकदा। सुख सारे चाहुंदे ने, पर आराधन साडे घरां दे विच है ही नहीं। हुण गुरु रामदास पातशाह जी कहंदे हन, ज्यों ज्यों जपै तिवें सुख पावै, सतगुर सेव समावै। जिवें जिवें मनुख नाम जपदा है, आराधन करदा है, गोबिंद के गुणां नूं चेते करदा है, उन्हां नाल सांझ पा लैंदा डूंगी, तो आनंद प्राप्त होंदा है, जीवन चढ़दी कला वाला बन जाता है। आपां विचार कर रहे सां कि जिनके चित्त कठोर हैं से बहें न सतगुरु पास। गुरु दे पास बैठन नूं तैयार नहीं जिन्हां दे चित्त कठोर ने। गुरु रामदास पातशाह जी कहते एक कठोर चित है जेड़ा ये द्रविया जा सकता है। गुरबाणी सुनत
मेरा मन द्रव्या मन भीना निज घर आवे गो, ता अनहद धुनी बाजै नित बाजे नी झार धार चुआवे गो। असीं गुरु कोल उदों आउंदे हां जदों सानूं लोड़ हुंदी है। जदों सानूं लोड़ है, कोई धी पुੱਤ दा विआह करना है, उदों असीं गुरु दे पास आ जाने हां। जदों बच्चियां दे पेपर आ जाण, बच्चे गुरुद्वारा साहिब उदों आउंदे ने, असीं हुण पेपरां दे विच पास हो जाइए। जिन्हें विदेश की फाइल लाउणी है वो गुरु के पास आउंदा, जिहड़ा पहलां कदी नहीं आया ना वो गुरु के पास आवेगा कि हुण साडी फाइल लग जाए, वीज़ा मिल जाए, सानूं असीं विदेश चले जाइए। कोई आईलैट्स कर रहा, चंगे बैंड आ जान, गुरु के पास आउंदे ने कि चंगे बैंड आ जान ते असीं विदेश चले जाइए। पर नहीं, गुरु की हमेशा ही सानूं लोड़ है। गुरु तो बिना असीं काहदे हां। बाबा कबीर साहब जी के आप पावन बचन पढ़ते हैं, कबीर काम परे हर सिमरिए ऐसा सिमरो नित। असी काम पैन ते अकाल पुरख परमात्मा नूं चेते करते हैं। बाबा कबीर जी कहते हैं, कहते इहो जे अकाल पुरख परमात्मा नूं हमेशा चेते करना चाहिए है, चेते रखना चाहिए है, रोजाना आराधन करना चाहिए है, गुण गाने चाहिए ने। सिर्फ काम पैन ते गुरु दे कोल ना जी, क्योंकि चित्त कठोर है। तो इस करके गुरु के पास आउंदे नहीं। गुरु अमरदास पातशाह जी की बाणी सानू सारे नूं याद है, आनंद साहब जी की रोजाना गुरुद्वारा साहब पढ़ी भी जाती है। आवो सिख सतगुर के प्यारे हो, गावो सच्ची बाणी। पर जिन्हां दे चित्त कठोर ने वो इस आवाज़ नूं सुनते ही नहीं कि गुरु सानू आवाज़ मार रहा है कि असी सच्ची बाणी गाउणी है। असी कच घरड़ बहुत सुनिया, गुरु के पास आने नींद आ जाती है, घंटियां बधी चुगलियां करनिया, ना कोई सानू वासी आउंदी है, ना सानू कोई नींद आउंदी है, ना बंदा आकदा है ते ना थकदा है, क्योंकि माइंड सैट उत्थे कीता है। सानू आनंद जिहड़ा वो ही सानू चुगलियां दे विचों प्राप्त हो रहा है। चस्का पै गया ना चुगलियां करन दा। पर जदों असीं गुरबाणी नूं पढ़ांगे, उपदेश नूं कमावांगे, असीं चुगली निंदिया नहीं, असीं गुरबाणी ही सुनांगे, गुरबाणी पढ़ांगे, गुरबाणी की गल ही असीं दूजियां दे नाल शेयर करांगे। चित्त कठोर होने के कारण असीं घंटियां बधी फिल्मां देख सकते हैं, गाने सुन सकते हैं, पर गुरबाणी नहीं सुन सकते। मत्था टेकिया, नमस्कार कीती, कई इहो जे ने जिहड़े सिर्फ हुक्मनामा साहब सुनते हैं, उपरंत घर चले जाते हैं। पर नहीं, गुरु के पास बैठिए, ध्यान देना, गुरबाणी नूं सुनिए कि पातशाह सानूं कह की रहे हैं, साडे जीवन के अंदर कमियां कित्थे ने, सुधारिए उन्होंने। साडा चित्त कठोर है, इन गुरबाणी सुन के असीं नरम कर लईए, पर ध्यान बहुत घट है इस चीज़ पासे साडा। गुरु अमरदास पातशाह जी बख्शिश करते हैं, जिनके चित्त कठोर हैं से बह न सतगुर पास, उथै सच वरतदा कूड़ियारा चित्त उदास। सत संगत दे विच सच की गल होनी है, कूड़ दे व्यापारियों के मन नूं उदासी लगी रहिंदी है। ओए वल छल कर झट कढ दे, फिर जाए बह कूड़ियारा पास। जे आ भी जाना, गुरु अमरदास पातशाह जी कहते हैं गुरु के पास, तो वह वाल फरेब करके समा लंघाउंदे ने, उत्थों उठ के फिर झूठियां पास ही जा बहिंदे ने, समा ही कढ़ते हैं, समा लंघाउंदे ने। ध्यान नहीं हुंदा गुरबाणी दे विच, इधर उधर झाक लिया, घड़ियां वेख लईयां, पिछा नूं झाती मार लई कि दिन कदों चढ़ेगा, कदों भाई साहब जी समाप्ति करनगे, समा ही लंघाउंदे ने। जे आ भी जाना, ये नहीं वेखदे कि धन श्री गुरु ग्रंथ साहिब महाराज जी की पावन बाणी सानूं की कह रही है। विच सच्चे कूड़ ना गड्डई, मन वेखो को निरजास, कोई धिर मन विच निर्णा करके वेख लवो। सच्चे मनुख के हिरदे विच झूठ नहीं रल सकता, भाव अपना डूंगा प्रभाव नहीं पा सकता झूठ। कुड़ियार कुड़ियारी जाए रले, सचियार सिख बैठे सतगुर पास।
ਝੂਠੇ ਬੰਦਿਆਂ ਵਿੱਚ ਹੀ ਜਾ ਰਲਦੇ ਹਨ। ਕਿਹੜੇ? ਜਿਹੜੇ ਗੁਰੂ ਦੇ ਪਾਸ ਬੈਠਣ ਨੂੰ ਤਿਆਰ ਨਹੀਂ, ਜਿਨ੍ਹਾਂ ਦੇ ਚਿੱਤ ਕਠੋਰ ਨੇ, ਉਹ ਝੂਠਿਆਂ ਦੇ ਵਿੱਚ ਜਾ ਰਲਦੇ ਨੇ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਸੱਚੇ ਸਿੱਖ ਸਤਿਗੁਰ ਕੋਲ ਹੀ ਜਾ ਬੈਠਦੇ ਹਨ। ਉਹ ਗੁਰਬਾਣੀ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣਦੇ ਵੀ ਨੇ ਤੇ ਜੀਵਨ ਦੇ ਵਿੱਚ ਕਮਾ ਕੇ ਆਪਣੇ ਜੀਵਨ ਨੂੰ ਚੰਗਾ ਬਣਾਉਂਦੇ ਨੇ, ਜੀਵਨ ਨੂੰ ਸਚਿਆਰਾ ਬਣਾਉਂਦੇ ਨੇ। ਪਰ ਜਿਨ੍ਹਾਂ ਦੇ ਚਿੱਤ ਕਠੋਰ ਨੇ, ਉਹ ਗੁਰੂ ਦੇ ਪਾਸ ਬੈਠਣ ਨੂੰ ਤਿਆਰ ਨਹੀਂ। ਉਹਨਾਂ ਨੂੰ ਨੀਂਦ ਵੀ ਆਵੇਗੀ, ਉਹਨਾਂ ਦਾ ਚਿੱਤ ਗੁਰਬਾਣੀ ਦੇ ਵਿੱਚ ਨਹੀਂ ਜੁੜੇਗਾ। ਉਹ ਲੋੜ ਪੈਣ 'ਤੇ ਗੁਰੂ ਦੇ ਪਾਸ ਆਉਣਗੇ, ਪਰ ਜੇਕਰ ਇਸ ਚਿੱਤ ਕਠੋਰ ਨੂੰ ਨਰਮ ਕਰਨਾ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤਰੀਕਾ ਦੱਸਿਆ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇਗੋ। ਸੋ ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣੀਏ, ਵਿਚਾਰੀਏ, ਆਪਣੇ ਜੀਵਨ ਦੇ ਵਿੱਚ ਕਮਾ ਕੇ ਇਸ ਕਠੋਰ ਚਿੱਤ ਨੂੰ ਅਸੀਂ ਵੀ ਨਰਮ ਕਰ ਲਈਏ, ਤਾਂ ਜੋ ਅਸੀਂ ਸਮਾਜ ਦਾ ਭਲਾ ਵੀ ਕਰ ਸਕੀਏ, ਆਪਣਾ ਭਲਾ ਵੀ ਕਰ ਸਕੀਏ ਤੇ ਆਪਣੇ ਜੀਵਨ ਨੂੰ ਅਸੀਂ ਚੰਗਾ ਬਣਾ ਸਕੀਏ।